ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਧਨੀ ਰਾਮ ਚਾਤ੍ਰਿਕ ਦੀ ਦੂਜੀ ਕਵਿਤਾ ਸਮੇਂ ਦੀ ਬਹਾਰ ਜਿਹੜੀ ਗੀਤ ਹੈ ਉਹ ਕਰਨ ਜਾ ਰਹੇ ਹਾਂ। ਸਮੇਂ ਦੀ ਬਹਾਰ ਗੀਤ ਦੇ ਵਿੱਚ ਲਾਲਾ ਧਨੀ ਰਾਮ ਚਾਤ੍ਰਿਕ ਨੇ ਜਿਹੜੇ ਵਿਚਾਰ ਪ੍ਰਗਟ ਕੀਤੇ ਨੇ ਉਹਨਾਂ ਦੇ ਸੰਖੇਪ ਰੂਪ ਵਿੱਚ ਕਿਹਾ ਜਾਵੇ ਤਾਂ ਕਵੀ ਨੇ ਜਿਹੜੀ ਹੈ ਉਹ ਆਧੁਨਿਕ ਸਮਾਜ ਵਿੱਚ ਆ ਰਹੇ ਪਰਿਵਰਤਨ ਨੂੰ ਪੇਸ਼ ਕੀਤਾ ਹੈ ਤੇ ਇਹਦਾ ਜਿਹੜਾ ਵਿਸ਼ਾ ਬਣਾਇਆ ਹੈ ਉਹ ਹੈ ਕਿ ਨਵੇਂ ਸਮਾਜ ਵਿੱਚ ਨਵੇਂ ਸਮਾਜ ਦੀ ਜਿਹੜੀ ਅਗਾਂਹ ਵਧੂ ਸੋਚ ਹੈ, ਆਜ਼ਾਦ ਸੋਚ ਹੈ ਤੇ ਤਕਨੀਕੀ ਵਿਕਾਸ ਕਾਰਨ ਜਿਹੜੇ ਬਦਲਾਅ ਆ ਰਹੇ ਨੇ ਉਹਨੂੰ ਵਿਸ਼ਾ ਬਣਾਇਆ ਹੈ ਤੇ ਇਹ ਜਿਹੜੇ ਨਵੇਂ ਬਦਲਾਅ ਆਉਣ ਦੇ ਨਾਲ ਸਮਾਜ ਜਿਹੜਾ ਹੈ ਇੱਕ ਤਰ੍ਹਾਂ ਨਾਲ ਸਮਾਜ ਵਿੱਚ ਨਵੀਂ ਬਹਾਰ ਆ ਰਹੀ ਹੈ ਤੇ ਨਵੀਂ ਜਵਾਨੀ ਦੇ ਪ੍ਰਵੇਸ਼ ਦੇ ਨਾਲ ਨਵਾਂ ਆਨੰਦ ਪੈਦਾ ਹੋ ਰਿਹਾ ਹੈ ਤੇ ਇਸ ਜਿਹੜੇ ਨਵੇਂ ਸਮਾਜ ਦੇ ਵਿੱਚ ਜਿਹੜੀ ਆਈ ਤਬਦੀਲੀ ਹੈ ਇਹ ਇੱਕ ਨਵੀਂ ਬਹਾਰ ਦੇ ਰੂਪ ਵਿੱਚ ਪੇਸ਼ ਹੁੰਦੀ ਹੈ। ਠੀਕ, ਇਹ ਜਿਹੜੀ ਹੈ ਵਿਚਾਰ ਇਸ ਕਵਿਤਾ ਦੇ ਰਾਹੀਂ ਧਨੀ ਰਾਮ ਚਾਤ੍ਰਿਕ ਨੇ ਪੇਸ਼ ਕੀਤੇ ਨੇ ਤੇ ਜਿਹੜਾ ਆਧੁਨਿਕ ਸਮਾਂ ਹੈ ਇਹਦੇ ਵਿੱਚ ਨਵੀਂ ਬਹਾਰ ਜਿਹੜੀ ਆ ਗਈ ਹੈ। ਅਸੀਂ ਕਵਿਤਾ ਪੜ੍ਹਦੇ ਹਾਂ ਔਰ ਦੇਖਦੇ ਹਾਂ ਕਿ ਧਨੀ ਰਾਮ ਚਾਤ੍ਰਿਕ ਕੀ ਕਹਿੰਦਾ ਹੈ। ਕਹਿੰਦੇ ਨਵੀਂਓ ਨਵੀਂ ਬਹਾਰ ਸਮੇਂ ਦੀ ਨਵੀਂਓ ਨਵੀਂ ਬਹਾਰ ਕਿ ਨਵੇਂ ਸਮਾਜ ਦੇ ਵਿੱਚ ਨਵੀਂ ਜਿਹੜੀ ਤਬਦੀਲੀ ਆਈ ਹੈ ਉਹਨੇ ਕੀ ਲਿਆ ਦਿੱਤੀ ਹੈ, ਨਵੀਂ ਬਹਾਰ ਲਿਆ ਦਿੱਤੀ ਹੈ। ਨਵੇਂ ਸਮੇਂ ਦੇ ਨਵੇਂ ਨਜ਼ਾਰੇ, ਇਸ ਨਵੇਂ ਸਮਾਜ ਦੇ ਨਜ਼ਾਰੇ ਵੀ ਨਵੇਂ ਨੇ, ਨਵੀਂ ਜਵਾਨੀ, ਨਵੀਂ ਹੁਲਾਰੇ, ਨਵੀਂ ਜਿਹੜੀ ਹੈ ਜਵਾਨੀ ਆ ਰਹੀ ਹੈ ਸਾਹਮਣੇ ਉੱਭਰ ਕੇ, ਨਵੇਂ ਹੁਲਾਰੇ ਜਿਹੜੇ ਨੇ ਉਹ ਮਿਲ ਰਹੇ ਨੇ, ਭਾਵ ਨਵਾਂ ਆਨੰਦ ਮਿਲ ਰਿਹਾ ਇਸ ਸਮਾਜ ਦੇ ਪਰਿਵਰਤਨ ਦੇ ਨਾਲ। ਨਵੇਂ ਬਾਜ਼ਾਰ, ਨਵੇਂ ਮੇਲੇ, ਇਸ ਦੇ ਵਿੱਚ ਨਵੇਂ ਕਿਸਮ ਦੇ ਬਾਜ਼ਾਰ ਲੱਗੇ ਨੇ, ਨਵੇਂ ਕਿਸਮ ਦੇ ਮੇਲੇ ਨੇ, ਨਵੀਂ ਹੁਸੀਨ ਨਵੇਂ ਅਣਬੇਲੇ ਤੇ ਉਸ ਦੀ ਜਿਹੜੀ ਜਵਾਨੀ ਹੈ ਉਹ ਵੀ ਹੁਸੀਨ, ਭਾਵ ਜਿਹੜਾ ਉਹਦੀ ਖੂਬਸੂਰਤੀ ਉਹ ਵੀ ਨਵੀਂ ਹੈ ਤੇ ਨਸ਼ਾ ਵੀ ਜਿਹੜਾ ਆ ਅਲਬੇਲਾਪਣ ਭਾਵ ਮਸਤੀ ਵੀ ਜਿਹੜੀ ਹੈ ਉਹ ਨਵੇਂ ਸਮਾਜ ਵਿੱਚ ਸਾਨੂੰ ਦਿਖਾਈ ਦੇ ਰਹੀ ਹੈ। ਨਵੀਂ ਨਸ਼ੇ ਦੀ ਤਾਰ, ਸਮੇਂ ਦੀ ਨਵੀਂਓ ਨਵੀਂ ਬਹਾਰ ਤੇ ਇਹਦੇ ਵਿੱਚ ਜਿਹੜਾ ਆ ਨਸ਼ਾ ਇੱਕ ਤਰ੍ਹਾਂ ਦਾ ਨਵਾਂ ਖਿੜਿਆ ਹੋਇਆ ਹੈ। ਸਮੇਂ ਦੀ ਨਵੀਂ ਬਹਾਰ, ਸਮਾਜ ਦੇ ਪਰਿਵਰਤਨ ਨੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ ਤੇ ਇਹ ਨਵਾਂ ਪਰਿਵਰਤਨ ਸਮਾਜ ਦੇ ਵਿੱਚ ਇੱਕ ਨਵੀਂ ਬਹਾਰ ਲਿਆਉਣ ਦਾ ਕੰਮ ਜਿਹੜਾ ਉਹ ਕਰ ਰਿਹਾ ਹੈ। ਸੋ ਇੱਕ ਪ੍ਰਕਾਰ ਦੇ ਨਾਲ ਧਨੀ ਰਾਮ ਚਾਤ੍ਰਿਕ ਪਹਿਲੇ ਬੰਦ ਦੇ ਵਿੱਚ ਦੱਸਣਾ ਚਾਹੁੰਦਾ ਹੈ ਕਿ ਜਿਹੜੀ ਹੈ ਜੋ ਪਛਾਣ ਖਿੱਚੂ ਸੋਚ ਸੀ, ਠੀਕ ਹੈ, ਉਹਨਾਂ ਦੀ ਅਹਿਮੀਅਤ ਇਸ ਨਵੇਂ ਸਮੇਂ ਨੇ ਜਿਹੜੀ ਉਹ ਘਟਾ ਦਿੱਤੀ ਹੈ ਤੇ ਨਵੀਂ ਸੋਚ ਵਾਲੇ ਨਵੀਂ ਪੀੜ੍ਹੀ ਹੈ ਉਹ ਅੱਗੇ ਆ ਰਹੀ ਹੈ। ਕਹਿੰਦੇ ਪਿਛਲੀ ਹੋ ਗਈ ਗੱਲ ਪੁਰਾਣੀ, ਨਵੀਆਂ ਸ਼ੋਹੀ ਨਵੀਂ ਕਹਾਣੀ। ਪਿਛਲੀਆਂ ਦੀ ਗੱਲ ਜਿਹੜੀ ਪੁਰਾਣੀ ਹੋ ਗਈ ਹੈ ਤੇ ਨਵੀਆਂ ਨੇ ਨਵੀਂ ਕਹਾਣੀ ਜਿਹੜੀ ਉਹ ਸ਼ੋਅ ਲਈ ਹੈ। ਪਿਛਲੀਆਂ ਲੀਹਾਂ ਨਾਲ ਖਲੋ ਗਏ, ਪਿਛਲੇ ਜਿਹੜੇ ਲੀਹਾਂ ਦੇ ਨਾਲ ਲਾ ਕੇ ਖਲੋ ਗਏ ਨੇ, ਨਵੇਂ ਨਿਸ਼ਾਨ ਅਗੇਰੇ ਹੋ ਗਏ ਤੇ ਨਵਿਆਂ ਨੇ ਜਿਹੜੇ ਨੇ ਉਹ ਨਵੇਂ ਨਿਸ਼ਾਨ ਕੱਢ ਲਏ ਨੇ। ਬਦਲ ਗਿਆ ਸੰਸਾਰ, ਹੁਣ ਸੰਸਾਰ ਬਿਲਕੁਲ ਬਦਲਿਆ ਲੱਗ ਰਿਹਾ ਹੈ ਤੇ ਇਹ ਜਿਹੜਾ ਨਵੇਂ ਸਮਾਜ ਦੇ ਵਿੱਚ ਨਵੀਂ ਤਬਦੀਲੀ ਆਈ ਹੈ ਉਸ ਦੇ ਆਉਣ ਦੇ ਨਾਲ ਇੱਕ ਨਵੀਂ ਬਹਾਰ ਆ ਗਈ ਹੈ ਸਮਾਜ ਦੇ ਵਿੱਚ। ਅਗਲੇ ਬੰਦ ਵਿੱਚ ਧਨੀ ਰਾਮ ਚਾਤ੍ਰਿਕ ਕਹਿੰਦੇ ਨੇ ਕਿ ਕੁਦਰਤ ਨੂੰ ਵੀ ਇਹ ਤਬਦੀਲੀ ਪਸੰਦ ਆਈ ਹੈ। ਕੁਦਰਤ ਅਦਰ ਬਦਲਤੇ ਹਸੀ, ਨਵੀਂ ਸੜਕ ਨਵਿਆਂ ਨੂੰ ਦੱਸੀ। ਕਹਿੰਦੇ ਕੁਦਰਤ ਇਸ ਜਿਹੜੀ ਹੈ ਉਹ ਨਵੀਂ ਤਬਦੀਲੀ ਨੂੰ ਵੇਖ ਕੇ ਖੁਸ਼ ਹੋ ਰਹੀ ਹੈ ਤੇ ਗੁਲਾਮੀ ਜਿਹੜੀ ਉਹ ਸਹਿਮ ਕੇ ਅੰਦਰ ਵੜ ਗਈ ਹੈ। ਨਵਿਆਂ ਨੇ ਨਵੀਂ ਰਸਤਾ ਜਿਹੜਾ ਉਹ ਦੱਸਿਆ ਹੈ। ਸਹਿਮ ਗੁਲਾਮੀ ਅੰਦਰ ਵੜ ਗਈ, ਆਜ਼ਾਦੀ ਕੋਠੇ ਤੇ ਚੜ ਗਈ। ਹੁਣ ਆਜ਼ਾਦ ਵਿਚਾਰ ਜਿਹੜੇ ਨੇ ਕੋਠੇ ਤੇ ਚੜ ਕੇ ਸਾਹਮਣੇ ਆ ਰਹੇ ਨੇ। ਲਿਆ ਮੋਰਚਾ ਮਾਰ, ਇਹਨਾਂ ਨੇ ਨਵਾਂ ਮੋਰਚਾ ਮਾਰਿਆ, ਭਾਵ ਜਿਹੜੇ ਪਿਛਲੇ ਬਜ਼ੁਰਗ ਜਿਹੜੇ ਸੀ ਪਛਾਣ ਖਿੱਚੂ ਸੋਚ ਦੇ ਮਾਲਕ ਸਨ। ਤੁਸੀਂ ਦੇਖਦੇ ਹੋ ਕਿ ਜਦੋਂ ਪਿਛਲਾ ਸਮਾਜ ਹੁੰਦਾ ਸੀ, ਅਨਪੜ੍ਹਤਾ ਸੀ ਸਮਾਜ ਦੇ ਵਿੱਚ, ਸਤੀ ਪ੍ਰਥਾ, ਬਾਲ ਵਿਆਹ, ਬਾਲ ਮਜ਼ਦੂਰੀ, ਕਿੰਨਾ ਕੁਛ ਸਮਾਜ ਦੇ ਵਿੱਚ ਕੁਰੀਤੀਆਂ ਫੈਲੀਆਂ ਹੋਈਆਂ ਸੀ। ਜਦੋਂ ਐਜੂਕੇਸ਼ਨ ਆਈ, ਜਦੋਂ ਨਵੀਂ ਸੋਚ ਆਈ, ਨਵੇਂ ਵਿਚਾਰ ਆਏ ਤੇ ਜਿੱਥੇ ਔਰਤ ਨੂੰ ਜਿਹੜਾ ਆ ਉਹ ਬਣਦਾ ਸਤਿਕਾਰ ਮਿਲਿਆ, ਉੱਥੇ ਨਾਲ ਦੀ ਨਾਲ ਇਸ ਤਰ੍ਹਾਂ ਦੀਆਂ ਕੁਰੀਤੀਆਂ ਜਿਹੜੀਆਂ ਸੀ ਉਹ ਦੂਰ ਹੋ ਗਈਆਂ। ਕੁਦਰਤ ਨੂੰ ਵੀ ਇਹ ਜਿਹੜੀ ਨਵੀਂ ਬਹਾਰ ਹੈ ਉਹ ਪਸੰਦ ਆਈ ਹੈ। ਨਵਾਂ ਜਿਹੜਾ ਕਹਿ ਲਓ ਵਿਚਾਰ ਨੇ ਇਹ ਪਸੰਦ ਆਏ ਨੇ। ਸੋ ਕੁਦਰਤ ਵੀ ਇਸ ਬਦਲ ਨੂੰ ਜਿਹੜਾ ਉਹ ਸਵੀਕਾਰ ਕਰ ਬੈਠੀ ਹੈ ਤੇ ਇਸ ਨਵੇਂ ਸਮਾਜ ਦੀ ਨਵੀਂ ਤਬਦੀਲੀ ਦੇ ਕਾਰਨ ਸਮਾਜ ਵਿੱਚ ਇੱਕ ਨਵੀਂ ਬਹਾਰ ਆ ਗਈ ਹੈ। ਠੀਕ ਹੈ, ਹੁਣ ਜਾਤ-ਪਾਤ ਦੇ ਬੰਧਨ ਖਤਮ ਹੋ ਗਏ ਨੇ, ਬਹੁਤ ਅਣਗਿਣਤ ਤਬਦੀਲੀਆਂ ਜਿਹੜੀਆਂ ਨੇ ਉਹ ਇਸ ਦੇ ਵਿੱਚ ਆਈਆਂ ਨੇ। ਧਨੀ ਰਾਮ ਚਾਤ੍ਰਿਕ ਅਗਲੇ ਬੰਦ ਵਿੱਚ ਕਹਿੰਦੇ ਨੇ ਕਿ ਰਹੇ ਪੁਰਾਣੇ ਰੌਲਾ ਪਾਉਂਦੇ, ਨਵੇਂ ਵੱਧ ਗਏ ਹੱਸਦੇ ਗਾਉਂਦੇ। ਠੀਕ ਹੈ, ਵੀ ਨਵੇਂ ਜਿਹੜੇ ਸੀ ਉਹ ਪੁਰਾਣੇ ਜਿਹੜੇ ਸੀ ਉਹ ਰੌਲਾ ਪਾਉਂਦੇ ਰਹੇ, ਭਾਵੇਂ ਨਵੀਂ ਤਬਦੀਲੀ ਨੂੰ ਪਸੰਦ ਨਹੀਂ ਸੀ ਕਰਦੇ, ਪਰ ਨਵੇਂ ਜਿਹੜੇ ਸੀ ਉਹਨਾਂ ਦੀ ਬਿਨਾਂ ਸੁਣੇ ਅੱਗੇ ਵੱਧ ਗਏ ਨੇ। ਨਾਟ ਖਲੋਤੀ ਫਿਰਕੇਦਾਰੀ ਭਾਵ ਜਿਹੜੀ ਆਪਾਂ ਇੱਕ ਦੂਜੇ ਦੇ ਨਾਲ ਧਰਮ ਦੇ ਆਧਾਰ ਤੇ ਜਿਹੜਾ ਆ ਉਹ ਧਰਮ ਦੇ ਆਧਾਰ ਤੇ ਇੱਕ ਦੂਜੇ ਨਾਲ ਜਿਹੜੀ ਆ ਈਰਖਾ ਕਰਦੇ ਆ। ਠੀਕ ਹੈ, ਮਚਲਾ ਹੋ ਗਿਆ ਚਤਰਮਦਾਰੀ ਦਾ ਭਾਵ ਇੱਥੇ ਉਹਨਾਂ ਨੇ ਜਿਹੜੇ ਨੇ ਉਹ ਰਾਜਸੀ ਲੀਡਰ ਦਾ ਮੀਸਣਾਪਣ ਦੱਸਿਆ ਹੈ ਕਿ ਬਹੁਤ ਸਾਰੇ ਲੀਡਰ ਜਿਹੜੇ ਨੇ ਧਰਮ ਦੇ ਨਾਂ ਤੇ ਸਾਨੂੰ ਲੜਾਉਂਦੇ ਨੇ, ਸਾਡੇ ਵਿੱਚ ਵੰਡੀਆਂ ਪਾਉਂਦੇ ਨੇ। ਠੀਕ ਹੈ, ਔਰ ਕਹਿੰਦਾ ਲੱਗਾ ਦੇਣ ਪਿਆਰ, ਔਰ ਪਿਆਰ ਦੇ ਨਾਲ ਜਨਤਾ ਨੂੰ ਆਪਣੇ ਵੱਸ ਵਿੱਚ ਕਰਨ ਲੱਗਾ ਸਮੇਂ ਦੀ ਨਵੀਂਓ ਨਵੀਂ ਬਹਾਰ। ਪਰ ਇਸ ਜਿਹੜੀ ਨਵੀਂ ਪੀੜ੍ਹੀ ਹੈ ਉਹਨੇ ਉਸ ਦੀ ਚਲਾਕੀ ਨੂੰ
ਪਛਾਣ ਲਿਆ ਹੈ ਤੇ ਹੁਣ ਉਹਦੀਆਂ ਗੱਲਾਂ ਵਿੱਚ ਨਹੀਂ ਆਏਗਾ। ਬਹੁਤ ਸਾਰੇ ਪੜ੍ਹੀ ਲਿਖੀ ਜਿਹੜੀ ਵਰਗ ਹੈ ਉਹ ਰਾਜਨੀਤੀਵਾਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਪਛਾਣਦੇ ਨੇ, ਤੇ ਜਿਹੜੇ ਲੋਕ ਪੁਰਾਣੇ ਪਿਛਾਂਹ ਖਿੱਚੂ ਸੋਚ ਦੇ ਮਾਲਕ ਨੇ ਉਹਨਾਂ ਦੀ ਗੱਲ ਨਾ ਮੰਨ ਕੇ ਆਪਣੇ ਆਪ ਹੱਸਦੇ ਹੋਏ ਅੱਗੇ ਜਿਹੜੇ ਨੇ ਉਹ ਵੱਧ ਗਏ ਨੇ। ਇਸ ਬੰਦ ਵਿੱਚ ਧਨੀ ਰਾਮ ਚਾਤਰਕ ਇਹ ਗੱਲਾਂ ਜਿਹੜੀਆਂ ਸਾਨੂੰ ਸਮਝਾਉਂਦਾ ਹੈ। ਉਸ ਤੋਂ ਬਾਅਦ ਅਗਲੇ ਬੰਦ ਵਿੱਚ ਅਸੀਂ ਦੇਖਦੇ ਹਾਂ ਕਿ ਧਨੀ ਰਾਮ ਚਾਤਰਕ ਸਾਨੂੰ ਕੀ ਦੱਸਦਾ ਹੈ। ਕਹਿੰਦੇ ਬਾਬਾ ਰਾਹੋਂ ਲਾਂਬੇ ਹੋ ਜਾ ਜਾਂ ਨਵਿਆਂ ਦੇ ਨਾਲ ਖਲੋ ਜਾ। ਕਹਿੰਦੇ ਹੁਣ ਜਿਹੜੇ ਪਿਛਾਂਹ ਖਿੱਚੂ ਸੋਚ ਦੇ ਮਾਲਕ ਨੇ ਉਹਨਾਂ ਵਾਸਤੇ ਦੋ ਜਿਹੜੇ ਨੇ ਉਹ ਵਿਚਾਰ ਪੇਸ਼ ਕੀਤੇ ਗਏ, ਜਾਂ ਤੇ ਉਹ ਨਵਿਆਂ ਦੇ ਨਾਲ ਖੜ ਜੇ ਤੇ ਜਾਂ ਫਿਰ ਪਿੱਛੇ ਹੋ ਜੇ। ਭਾਵ ਕਿ ਜੇ ਨਵੇਂ ਵਿਚਾਰ ਅਪਣਾ ਲਏ ਜਾਣ ਤੇ ਫਿਰ ਜਿਹੜਾ ਆ ਤੈਨੂੰ ਨਵਿਆਂ ਦੇ ਨਾਲ ਖਲੋਣਾ ਪਏਗਾ। ਪਿਛਲੀਆਂ ਲਹਿਰਾਂ ਕਿੱਥੇ ਗਈਆਂ, ਜਿਹੜੀਆਂ ਪਿਛਲੀਆਂ ਲਹਿਰਾਂ ਸੀ ਹੁਣ ਕਿੱਥੇ ਨੇ, ਇਹ ਹੁਣ ਹੰਬਲੇ ਮਾਰਨ ਪਈਆਂ, ਠੀਕ ਹੈ। ਔਰ ਨਵੀਆਂ ਹੰਬਲੇ ਮਾਰ ਰਹੀਆਂ ਨੇ, ਅਗਲੀਆਂ ਹੋਰ ਤਿਆਰ, ਤੇ ਅਗਲੇ ਹੋਰ ਜਿਹੜੇ ਵਿਚਾਰ ਨੇ ਨਵੇਂ ਵਿਚਾਰ ਨੇ ਉਹ ਅੱਗੇ ਤਿਆਰ ਨੇ। ਭਾਵ ਅੱਗੇ ਹੌਲੀ ਹੌਲੀ ਐਜੂਕੇਸ਼ਨ ਕੰਮ ਕਰ ਰਹੀ ਹੈ, ਬਹੁਤ ਸਾਰੇ ਲੋਕਾਂ ਨੂੰ ਨਵੀਂ ਜਿਹੜੀ ਵਿਚਾਰ ਹੈ ਉਹ ਲੋਕ ਅਪਣਾ ਰਹੇ ਨੇ, ਬਹੁਤ ਕੁਝ ਬਦਲ ਰਿਹਾ ਹੈ। ਸਮੇਂ ਦੀ ਨਵੀਂ ਬਹਾਰ, ਇਸ ਸਮੇਂ ਦੇ ਵਿੱਚ ਜਿਹੜੀ ਹੈ ਉਹ ਨਵੀਂ ਬਹਾਰ ਜਿਹੜੀ ਹੈ ਉਹ ਆ ਰਹੀ ਹੈ। ਅਗਲੇ ਬੰਦ ਵਿੱਚ ਕਹਿੰਦੇ ਨੇ ਤੱਤੇ ਠੰਡੇ ਸਮੇਂ ਸਮੋਏ, ਠੀਕ ਹੈ। ਕੁਝ ਜਿਹੜੇ ਆ ਮਾੜੇ ਤੇ ਚੰਗੇ ਵਿਚਾਰ ਜਿਹੜੇ ਨੇ ਉਸ ਸਮੇਂ ਨੇ ਆਪਣੇ ਅੰਦਰ ਸਮੋਲੇ ਨੇ। ਵਕਤ ਨਜਿੱਠਣ ਇਕੱਠੇ ਹੋ ਗਏ ਤੇ ਇਹਨਾਂ ਦੇ ਨਾਲ ਕਿਵੇਂ ਨਜਿੱਠਣਾ ਹੈ ਇਹ ਫੈਸਲਾ ਜਿਹੜੇ ਨੇ ਇਕੱਠੇ ਹੋ ਕੇ ਕਰ ਰਹੇ ਨੇ। ਜੁਗ ਜੁਗ ਚੱਕਰ ਕਾਲ ਦਾ ਚੱਲੇ, ਠੀਕ ਹੈ। ਇਹ ਜਿਹੜਾ ਸਮਾਂ ਹੈ ਇਹਦਾ ਚੱਕਰ ਬੜਾ ਅਜੀਬ ਹੈ, ਠੀਕ ਹੈ। ਕਹਿੰਦੇ ਧਰਤੀ ਗੋਲ ਹੈ, ਜਿੱਥੇ ਤੁਸੀਂ ਅੱਜ ਖਲੋਤੇ ਹੋ, ਠੀਕ ਹੈ, ਜਿਸਦੇ ਕੋਈ ਕੱਲ ਨੂੰ ਖਲੋਤਾ ਹੈ ਉੱਥੇ ਤੁਸੀਂ ਖਲੋ ਜਾਓਗੇ। ਭਾਵ ਸਮੇਂ ਦਾ ਚੱਕਰ ਚੱਲਦਾ, ਅਗਰ ਤੁਸੀਂ ਅੱਜ ਜਵਾਨ ਨੂੰ ਤੇ ਕੱਲ ਨੂੰ ਬਜ਼ੁਰਗ ਵੀ ਹੋਵੋਗੇ। ਇਸੇ ਤਰੀਕੇ ਦੇ ਨਾਲ ਜਿਹੜੇ ਬਜ਼ੁਰਗ ਨੇ ਉਹ ਆਪਣੇ ਵਿਚਾਰਾਂ ਦੇ ਨਾਲ ਖਤਮ ਹੋ ਜਾਂਦੇ ਨੇ। ਸਮੇਂ ਦਾ ਚੱਕਰ ਇਸੇ ਤਰ੍ਹਾਂ ਹੀ ਚੱਲੀ ਜਾਂਦਾ ਹੈ, ਕਦੀ ਚੰਗੇ ਦਿਨ ਆਉਂਦੇ ਨੇ, ਕਦੀ ਮਾੜੇ ਆਉਂਦੇ ਨੇ। ਔਖੇ ਹੁੰਦੇ ਜਾਣ ਸੁਖੱਲੇ, ਜਿਹੜੇ ਪਹਿਲਾਂ ਵਿਚਾਰ ਔਖੇ ਹੁੰਦੇ ਸੀ ਨਵੇਂ ਵਿਚਾਰਾਂ ਤੋਂ, ਉਹ ਵੀ ਸੁਖਾਲੇ ਹੋ ਗਏ ਨੇ। ਆਖਿਰਕਾਰ ਉਹਨਾਂ ਨੂੰ ਮੰਨਣਾ ਹੀ ਪੈਂਦਾ ਹੈ। ਤੁਰੀ ਰਹੇ ਰਫਤਾਰ ਸਮੇਂ ਦੀ ਨਵੀਂ ਉਹ ਨਵੀਂ ਬਾਰ। ਇਸੇ ਤਰ੍ਹਾਂ ਸਮਾਂ ਬਦਲਦਾ ਹੈ, ਦਿਨ ਬਦਲਦੇ ਨੇ, ਤੇ ਇਹ ਬਹਾਰ ਜਿਹੜੀ ਇਸੇ ਤਰ੍ਹਾਂ ਤੁਰਦੀ ਰਹਿੰਦੀ ਹੈ ਤੇ ਨਵੇਂ ਸਮੇਂ ਦੇ ਵਿੱਚ ਨਵੀਂ ਬਹਾਰ ਜਿਹੜੀ ਉਹ ਆਉਂਦੀ ਰਹਿੰਦੀ ਹੈ। ਭਾਵ ਅਸੀਂ ਦੇਖਦੇ ਹਾਂ ਕਿ ਸਾਡੇ ਵਹਿੰਦਿਆਂ ਜ਼ਮਾਨਾ ਬਹੁਤ ਬਦਲ ਗਿਆ ਹੈ। ਪਹਿਲਾਂ ਜਿਹੜੇ ਨੇ ਅਸੀਂ ਮੋਬਾਈਲ ਫੋਨ ਦੀ ਹੀ ਗੱਲ ਕਰਦੇ ਹਾਂ, ਤੇ ਪਹਿਲਾਂ ਕਿਤੇ ਕਿਤੇ ਜਿਹੜੇ ਹੁੰਦੇ ਸੀ ਹੁਣ ਅੱਜ ਕੱਲ੍ਹ ਆਮ ਨੇ, ਤੇ ਇਹਨਾਂ ਦੇ ਰਾਹੀਂ ਮਨੁੱਖ ਬਹੁਤ ਸਾਰਾ ਜਿਹੜਾ ਉਹ ਗਿਆਨ ਅਰਜਿਤ ਕਰ ਰਿਹਾ ਹੈ। ਸੋ ਨਵੇਂ ਸਮੇਂ ਦੇ ਨਾਲ ਜਿਹੜਾ ਨਵੇਂ ਵਿਚਾਰਾਂ ਨੂੰ ਸਾਨੂੰ ਜਿਹੜਾ ਅਪਣਾਉਣਾ ਪੈਂਦਾ ਹੀ ਹੈ। ਕੁੱਲ ਮਿਲਾ ਕੇ ਧਨੀ ਰਾਮ ਚਾਤਰਕ ਜਿਹੜਾ ਇਸ ਦੇ ਵਿੱਚ ਜੋ ਦੱਸਣਾ ਚਾਹੁੰਦਾ ਹੈ ਉਹ ਇਹੀ ਦੱਸਣਾ ਚਾਹੁੰਦਾ ਹੈ ਕਿ ਸਮੇਂ ਦੇ ਬਦਲਣ ਦੇ ਨਾਲ ਬੰਦੇ ਦੇ ਵਿਚਾਰ ਬਦਲਦੇ ਨੇ, ਠੀਕ ਹੈ। ਵਿਚਾਰ ਬਦਲਣ ਦੇ ਨਾਲ ਜਿਹੜਾ ਆ ਉਹ ਸਮਾਜ ਵਿੱਚ ਤਬਦੀਲੀ ਆਉਂਦੀ ਹੈ। ਜੇ ਤੇ ਮਨੁੱਖ ਇਹਨਾਂ ਤਬਦੀਲੀਆਂ ਨੂੰ ਅਪਣਾਉਂਦਾ ਹੈ ਖੁਸ਼ ਦਿਲ ਹੋ ਕੇ, ਤੇ ਉਹ ਅਗਾਂਹ ਵੱਧ ਜਾਂਦਾ ਹੈ। ਤੇ ਜਿਹੜੇ ਇਨਸਾਨ ਆਪਣੀ ਸੋਚ ਦੇ ਨਾਲ ਉੱਥੇ ਹੀ ਖਲੋਤੇ ਰਹਿ ਜਾਂਦੇ ਨੇ, ਠੀਕ ਹੈ, ਉਹਨਾਂ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਦੇ ਵਿਚਾਰ ਉੱਥੇ ਹੀ ਦਫਨ ਹੋ ਜਾਂਦੇ ਨੇ। ਨਵੀਂ ਪੀੜ੍ਹੀ ਦੇ ਨਾਲ ਜੇ ਮਿਲ ਕਰ ਚੱਲਣਗੇ ਤੇ ਸਮਾਜ ਦੇ ਵਿੱਚ ਹੋਰ ਜ਼ਿਆਦਾ ਜਿਹੜਾ ਪਰਿਵਰਤਨ ਆ ਸਕਦਾ ਹੈ, ਹੋਰ ਜ਼ਿਆਦਾ ਤਰੱਕੀ ਹੋ ਸਕਦੀ ਹੈ। ਸੋ ਇਸ ਪ੍ਰਕਾਰ ਦੇ ਨਾਲ ਧਨੀ ਰਾਮ ਚਾਤਰਕ ਇਸ ਕਵਿਤਾ ਦੇ ਵਿੱਚ ਅਗਾਂਹ ਵਧੂ ਸੋਚ ਜਿਹੜੀ ਨਵੇਂ ਸਮੇਂ ਵਿੱਚ ਆਈ ਹੈ, ਜਿਹੜੀ ਤਕਨੀਕੀ ਵਿਕਾਸ ਨਵੇਂ ਸਮੇਂ ਨੇ ਕੀਤਾ, ਉਹਨੂੰ ਵਿਸ਼ਾ ਬਣਾਇਆ ਸੀ। ਵੇਖਦੇ ਹਾਂ ਕਿ ਪਹਿਲੀ ਅਸੀਂ ਕਵਿਤਾ ਵਿਸਾਖੀ ਦਾ ਮੇਲਾ ਪੜ੍ਹਿਆ ਸੀ। ਅੱਜ ਜਿਹੜੇ ਮੇਲੇ ਨੇ ਉਹ ਆਮ ਨਹੀਂ ਨੇ, ਅੱਜ ਕਿਤੇ ਕਿਤੇ ਟਾਵੇਂ ਮੇਲੇ ਲੱਗਦੇ ਨੇ, ਲੋਕ ਜਿਹੜੇ ਇਹਨਾਂ ਨੂੰ ਵੇਖਣ ਜਾਂਦੇ ਨੇ, ਪਰ ਅੱਜ ਜਿਹੜਾ ਮਨੋਰੰਜਨ ਦੇ ਸਾਧਨ ਬਦਲ ਗਏ ਨੇ। ਸੋ ਇਸ ਪ੍ਰਕਾਰ ਦੇ ਨਾਲ ਸਮਾਂ ਬਦਲਦਾ ਹੈ, ਚੀਜ਼ਾਂ ਬਦਲਦੀਆਂ ਨੇ, ਵਿਚਾਰ ਬਦਲਦੇ ਨੇ, ਪਰ ਨਵੇਂ ਸਮੇਂ ਦੇ ਆਉਣ ਦੇ ਨਾਲ ਤਬਦੀਲੀ ਕੀ ਆਈ ਹੈ, ਪਛਾਂ ਖਿੱਚੂ ਸੋਚ ਖਤਮ ਹੋ ਗਈ ਹੈ। ਅੱਜ ਔਰਤਾਂ ਨੂੰ ਬਣਦਾ ਸਨਮਾਨ ਮਿਲ ਰਿਹਾ ਹੈ, ਜਾਤੀ ਪ੍ਰਥਾ ਜਿਹੜੇ ਬੰਧਨ ਨੇ ਉਹ ਟੁੱਟ ਚੁੱਕੇ ਨੇ, ਜਾਤ ਨਾਂ ਦੇ ਭੇਦਭਾਵ ਖਤਮ ਹੋ ਚੁੱਕੇ ਨੇ। ਕਿਤੇ ਕਿਤੇ ਅਜੇ ਵੀ ਉਹ ਚੀਜ਼ਾਂ ਕਾਇਮ ਹੈਗੀਆਂ ਨੇ, ਥੋੜੇ ਮਤਲਬ ਲੋਕਾਂ ਦੇ ਵਿਚਾਰਾਂ ਦੇ ਵਿੱਚ ਉਹ ਚੀਜ਼ਾਂ ਕਾਇਮ ਹੈਗੀਆਂ ਨੇ, ਪਰ ਇਹਨਾਂ ਨੂੰ ਜਿਹੜਾ ਆ ਜਿਹੜੇ ਇਨਸਾਨ ਇਹਨਾਂ ਨੂੰ ਛੱਡ ਕੇ ਅੱਗੇ ਤੁਰ ਜਾਂਦੇ ਨੇ ਉਹੀ ਤਰੱਕੀ ਕਰਦੇ ਨੇ। ਜਿਹੜੇ ਇਹਨਾਂ ਵਿਚਾਰਾਂ ਦੇ ਨਾਲ ਅਜੇ ਵੀ ਖੜੇ ਨੇ ਉਹ ਜਿਹੜੇ ਨੇ ਪਛਾਂ ਖਿੱਚੂ ਸੋਚ ਦੇ ਮਾਲਕ ਨੇ, ਉਹਨਾਂ ਦਾ ਵਿਕਾਸ ਉੱਥੇ ਹੀ ਰੁਕਿਆ ਹੋਇਆ ਹੈ। ਧਨੀ ਰਾਮ ਚਾਤਰਕ ਸਾਨੂੰ ਕਹਿੰਦੇ ਆ ਕਿ ਸਮੇਂ ਦੀ ਨਵੀਂ ਬਹਾਰ, ਜੇ ਸਮਾਂ ਬਦਲਦਾ ਹੈ, ਵਿਚਾਰ ਬਦਲਦੇ ਨੇ, ਸੋਚ ਬਦਲਦੀ ਹੈ, ਤੇ ਸਮਾਜ ਵਿੱਚ ਇੱਕ ਨਵੀਂ ਬਹਾਰ ਆਉਂਦੀ ਹੈ, ਤੇ ਸਾਨੂੰ ਇਸ ਬਹਾਰ ਦਾ ਸਤਿਕਾਰ ਕਰਨਾ ਚਾਹੀਦਾ ਹੈ, ਤੇ ਸਾਨੂੰ ਨਵੇਂ ਵਿਚਾਰ ਜਿਹੜੇ ਨੇ ਉਹ ਸਮੇਂ ਦੇ ਨਾਲ ਚੰਗੇ ਵਿਚਾਰ ਜਿਹੜੇ ਨੇ ਉਹ ਅਪਣਾ ਲੈਣੇ ਚਾਹੀਦੇ ਨੇ। ਉਮੀਦ ਹੈ ਇਹ ਕਵਿਤਾ ਤੁਹਾਨੂੰ ਸਮਝ ਆਈ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।